ਪੰਜਾਬ ਵਿੱਚ ਬਿਜਲੀ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਸੀ। ਲਗਾਤਾਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਸਪਸ਼ਟੀਕਰਨ ਕਰੇ ਕਿ ਕਿਸ ਨੂੰ ਬਿਜਲੀ ਮੁਫਤ ਮਿਲੇਗੀ ਤੇ ਕਿਸ ਨੂੰ ਨਹੀਂ, ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਨੇ। ਢਿੱਲੋਂ ਸਾਹਿਬ ਇਹਦੇ ਬਾਰੇ ਕੀ ਗਰੰਟੀਆਂ ਕਰ ਲਈਆਂ, ਉਹ ਗਰੰਟੀਆਂ ਗਲੇ ਦੀ ਹੱਡੀ ਬਣਨ ਲੱਗੀਆਂ ਨੇ। ਪਹਿਲਾਂ ਵੀ ਕਿਸੇ ਨੇ ਕਿਹੜੀ ਮੁਕਤਖੋਰੀ ਮੰਗੀ ਸੀ, ਹੁਣ ਕਹਿੰਦੇ ਜੀ ਜਿਹੜਾ ਇਨਕਮ ਟੈਕਸ ਭਰਦਾ ਹੈ, ਡਾਕਟਰ ਹੈ, ਫਲਾਨਾ ਹੈ, ਢੀਂਗੜਾ ਹੈ, ਉਹਨਾਂ ਨੂੰ ਇਸ ਕੈਟਾਗਰੀ 'ਚ ਨਹੀਂ ਲਿਆਵਾਂਗੇ। ਜੇ 300 ਤੋਂ ਵੱਧ 1 ਯੂਨਿਟ ਵੀ ਵੱਧਦਾ ਹੈ ਤਾਂ ਉਹਦੇ ਤੋਂ ਤਾਂ ਜੀ ਫਿਰ ਪੂਰਾ ਬਿੱਲ ਵਸੂਲਿਆ ਜਾਵੇਗਾ। ਹਾਲਾਂਕਿ ਪੰਜਾਬ ਦੀ ਪਾਰਟੀ ਅਕਾਲੀ ਦਲ ਖੇਤਰੀ ਪਾਰਟੀ ਹੈ, ਸਭ ਤੋਂ ਮਜ਼ਬੂਤ ਹੈ ਸੀ, ਪਰ ਆਪਣੇ ਰਾਜ ਦੇ ਵਿੱਚ ਕਈ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਜਿਹਦੇ ਕਰਕੇ ਇਹ ਲੋਕ ਮਨਾਂ 'ਚੋਂ ਉਤਰ ਗਏ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਹੈ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ 6ਵਾਂ ਸ਼ਾਰਪ ਸ਼ੂਟਰ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਆਪਰੇਸ਼ਨ ਜਿਹੜਾ ਬਣਾਇਆ ਗਿਆ, ਜਿਸ ਦੇ ਵਿੱਚ ਉਸ ਦਾ ਨਾਂ ਰੱਖਿਆ ਗਿਆ ਸਪੈਸ਼ਲ ਆਪਰੇਸ਼ਨ ਮੁੰਡੀ, ਜਿਸ ਨੂੰ ਤਿਆਰ ਕੀਤਾ ਗਿਆ ਤੇ 3 ਸੂਬਿਆਂ ਦੇ ਵਿੱਚ ਉਸ ਦੀ ਭਾਲ ਜਾਰੀ। ਮਿਲ ਕੇ ਰਾਜਾਂ ਦੀ ਪੁਲਿਸ ਇਹਨਾਂ ਗੈਂਗਸਟਰਾਂ ਦੇ ਉੱਤੇ ਕਾਬੂ ਪਾਵਾਂਗੇ। 5 ਰਾਜਾਂ ਦੀ ਪੁਲਿਸ ਇਕੱਠੀ ਹੋ ਕੇ ਕੰਮ ਕਰਨ ਵਾਸਤੇ ਤਿਆਰ ਹੋ ਗਈ ਹੈ। ਕਿਹੜੀ? ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਯੂਪੀ। ਇਹਦੇ ਵਿੱਚ ਪਰ ਹਿਮਾਚਲ ਤੇ ਦਿੱਲੀ ਪਤਾ ਨਹੀਂ ਕਿਉਂ ਬਾਹਰ ਰੱਖ ਲਿਆ। ਢਿੱਲੋਂ ਸਾਹਿਬ ਸੂਰਬੀਰ ਸਿਪਾਹੀ ਸੁਣੇ ਸਨ, ਪਰ ਹੁਣ ਨਕਲੀ ਸਿਪਾਹੀ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ, ਜਿਸ ਨੂੰ ਲੈ ਕੇ ਜਿਹੜਾ ਦਿੱਲੀ ਪੁਲਿਸ ਵੱਲੋਂ ਜਿਹੜਾ ਸਕੰਜਾ ਕਸਿਆ ਗਿਆ। ਇਹ ਨਕਲੀ ਵੀਰ ਸਿਪਾਹੀ ਉਹ ਨੇ ਜਿਹੜੇ ਕਹਿੰਦੇ ਡਰਾਈਵਿੰਗ ਲਾਇਸੈਂਸ ਗਲਤ ਦਿੱਤੇ, ਹੋਰ ਦਸਤਾਵੇਜ਼ ਗਲਤ ਦਿੱਤੇ। ਇਹਨਾਂ ਦੀ ਗਿਣਤੀ 490 ਦੇ ਲਗਭਗ ਹੈ। ਸੁਖਬੀਰ, ਮੈਂ ਇਸ ਗੱਲ ਦੇ ਵਿੱਚ ਕਹਾ ਕਿ ਨਕਲੀ ਦਸਤਾਵੇਜ਼ਾਂ ਦੇ ਆਧਾਰ ਤੇ ਇੰਨੇ ਭਰਤੀ ਹੋ ਜਾਣ। ਜਦੋਂ ਇਹ ਸਿਲੈਕਟ ਕੀਤੇ ਗਏ ਸੀ ਉਦੋਂ ਉਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਿਉਂ ਨਾ ਕੀਤੀ ਗਈ? ਪੂਰੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਵੀ ਇਹਦੇ ਵਿੱਚ ਸ਼ਾਮਲ ਨੇ, ਦਿੱਲੀ ਦੀ ਪੁਲਿਸ ਕਿਤੇ ਕੱਲ੍ਹ ਨੂੰ ਇਹ ਨਾ ਕਹਿ ਦੇਣ ਵੀ ਕੇਜਰੀਵਾਲ ਨੇ ਭਰਤੀ ਕਰਤੇ। ਦਿੱਲੀ ਦੀ ਪੁਲਿਸ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ, ਤਾਂ ਉਹਨਾਂ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਹ ਵਰਦੇ ਦਿਖਾਈ ਦਿੱਤੇ ਨੇ। ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਕਮਜ਼ੋਰ ਹੋਈ ਹੈ। ਇੱਥੋਂ ਤੱਕ ਉਹਨਾਂ ਦੀ ਗੱਲ ਬਿਲਕੁਲ ਦਰੁਸਤ, ਪਰ ਉਹ ਕਮਜ਼ੋਰੀਆਂ ਕਿਹਦੇ ਕਰਕੇ ਆਈਆਂ ਨੇ ਇਹ ਵੀ ਤਾਂ ਜਥੇਦਾਰ ਸਾਹਿਬ ਨੂੰ ਪਤਾ ਹੈ। ਉਹ ਕਹਿੰਦਾ ਵੀ ਜਿਹੜੇ ਇਹ ਬੰਦੇ ਨੇ ਉਹਨੇ ਹੋਰ ਸ਼ਬਦ ਵਰਤੇ ਨੇ, ਉਹਦੇ ਆਪਣੇ ਹੋ ਸਕਦੇ ਹੈਗੇ ਕਿ ਇਹ ਜਿਹੜੇ ਡਾਕੂ ਲੁਟੇਰੇ, ਉਹਨਾਂ ਨੂੰ ਤੁਸੀਂ ਗੁਰੂ ਸਾਹਿਬਾਨਾਂ ਦੇ ਬਾਹਰਲੇ ਪਾਸੇ ਤਸਵੀਰ ਲਾਉਂਗੇ। ਇਹ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਹੈ, ਉਹਦੇ ਦਾਦਾ ਜੀ ਦਾ ਕਤਲ ਹੋਇਆ ਸੀ, ਸਵਰਗਵਾਸੀ ਬੇਅੰਤ ਸਿੰਘ ਮੁੱਖ ਮੰਤਰੀ ਸੀ ਉਦੋਂ। ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਤਾਂ ਉਹਨਾਂ ਨੇ ਕਿਸਾਨਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਜੋ ਟਿਊਬਵੈੱਲਾਂ ਦੀ ਜਿਹੜੀ ਲੋਡ ਵਧਾਉਣ ਦੀ ਮਿਆਦ ਸੀਗੀ ਉਸ ਨੂੰ ਵਧਾ ਦਿੱਤਾ ਹੈ। ਹੁਣ ਤੱਕ ਵੀ 125 ਦੇ ਕਰੀਬ ਕਿਸਾਨਾਂ ਨੇ ਇਹ ਯੋਜਨਾ ਦਾ ਫਾਇਦਾ ਉਠਾਇਆ। ਇਸ ਸਰਕਾਰ ਨੇ ਇਹਦੀ ਫੀਸ ਵੀ ਜਿਹੜੀ ਸੀ ਉਹ 4700 ਰੁਪਏ ਸੀ ਸ਼ਾਇਦ ਪ੍ਰਤੀ ਕਿਲੋਵਾਟ, ਘਟਾ ਕੇ ਉਹ ਵੀ 2500 ਦੇ ਲਗਭਗ ਕਰ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ, ਤਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ ਹਾਈ ਕੋਰਟ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਹਫ਼ਤੇ ਦੇ ਵਿੱਚ ਜਵਾਬ ਦੇਵੇ ਉਸ ਦੀ ਸੁਰੱਖਿਆ ਕਿਉਂ ਲਈ ਕੀਤੀ ਗਈ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਕੁਝ ਸਮਾਂ ਦਿੱਤਾ ਜਾਵੇ। ਇਹ ਤੇ ਜੱਜ ਸਾਹਿਬ ਨੇ ਬਹੁਤ ਝਾੜ ਪਾਈ ਹੈ ਇਹਨਾਂ ਨੂੰ ਜੀ। ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਉਹ ਜਿਹੜੀ ਸੁਰੱਖਿਆ ਲੀਕ ਵਾਲਾ ਮਾਮਲਾ ਸੀ ਉਹ ਜਨਤਕ ਤੌਰ ਤੇ ਕੀਤਾ ਕਿਉਂ ਗਿਆ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਬੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨੀ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਬਿਜਲੀ ਦੇ ਮੁੱਦੇ ਦੀ, ਤਾਂ ਪੰਜਾਬ ਵਿੱਚ ਬਿਜਲੀ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਸੀ। ਲਗਾਤਾਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਸਪਸ਼ਟੀਕਰਨ ਕਰੇ ਕਿ ਕਿਸ ਨੂੰ ਬਿਜਲੀ ਮੁਫਤ ਮਿਲੇਗੀ ਤੇ ਕਿਸ ਨੂੰ ਨਹੀਂ, ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਨੇ। ਢਿੱਲੋਂ ਸਾਹਿਬ ਇਹਦੇ ਬਾਰੇ ਕੀ ਕਹਿਣਾ? ਗੱਲ ਇਹ ਹੈ ਜੀ, ਜਦੋਂ ਕੁਰਸੀ ਪ੍ਰਾਪਤ ਕਰਨੀ ਹੋਵੇ ਉਦੋਂ ਆਸ਼ਕ ਤੇ ਮਸ਼ੂਕ ਵਾਲਿਆਂ ਗੱਲਾਂ ਕਰਦੇ ਆ ਵੀ ਤੈਨੂੰ ਮੈਂ ਚੰਦ ਤੋਂ ਤਾਰੇ ਤੋੜ ਕੇ ਲਿਆ ਦੂੰ ਜੀ। ਉਸੇ ਰਸਤੇ ਇਹ ਲੋਕ ਪੈ ਗਏ ਜਿਹੜੇ ਆਪਣੇ ਆਪ ਨੂੰ ਨਵੇਕਲੇ ਕਹਿੰਦੇ ਸੀ ਵੀ ਅਸੀਂ ਤਾਂ ਦੂਜਿਆਂ ਨੂੰ ਬਹੁਤ ਨਵੇਕਲੇ ਆ। ਗਰੰਟੀਆਂ ਕਰ ਲਈਆਂ, ਉਹ ਗਰੰਟੀਆਂ ਗਲੇ ਦੀ ਹੱਡੀ ਬਣਨ ਲੱਗੀਆਂ ਨੇ। ਪਹਿਲਾਂ ਵੀ ਕਿਸੇ ਨੇ ਕਿਹੜੀ ਮੁਕਤਖੋਰੀ ਮੰਗੀ ਸੀ,
1996 ਤੋਂ ਪੰਜਾਬ ਦੇ ਵਿੱਚ ਮੁਕਤਖੋਰੀ ਤੁਰੀ। ਹੁਣ ਕਹਿੰਦੇ ਜੀ ਜਿਹੜਾ ਇਨਕਮ ਟੈਕਸ ਭਰਦਾ ਹੈ, ਡਾਕਟਰ ਹੈ, ਫਲਾਨਾ ਹੈ, ਢੀਂਗਰਾ ਹੈ, ਉਹਨਾਂ ਨੂੰ ਇਸ ਕੈਟਾਗਰੀ 'ਚ ਨਹੀਂ ਲਿਆਵਾਂਗੇ। ਜੇ 300 ਤੋਂ ਵੱਧ 1 ਯੂਨਿਟ ਵੀ ਵੱਧਦਾ ਹੈ ਤਾਂ ਉਹਦੇ ਤੋਂ ਤਾਂ ਜੀ ਫਿਰ ਪੂਰਾ ਬਿੱਲ ਵਸੂਲਿਆ ਜਾਵੇਗਾ। ਤੋਂ ਮੰਗਿਆ ਕਿਹਨੇ ਸੀ? ਤੁਸੀਂ ਇਸ ਗੱਲ ਦੇ ਵਿੱਚ ਖੁਸ਼ ਨਾ ਹੋਵੋ ਕਿ ਤੁਹਾਨੂੰ ਸਰਕਾਰ ਬਣਾਤੀ ਲੋਕਾਂ ਨੇ, ਪੰਜਾਬ ਦਿਆਂ ਨੇ। ਪੰਜਾਬ ਦੇ ਲੋਕ ਅਕਾਲੀ, ਭਾਜਪਾ, ਕਾਂਗਰਸ ਤੋਂ ਅੱਕੇ ਵੇ ਸੀ। ਹਾਲਾਂਕਿ ਪੰਜਾਬ ਦੀ ਪਾਰਟੀ ਅਕਾਲੀ ਦਲ ਖੇਤਰੀ ਪਾਰਟੀ ਹੈ, ਸਭ ਤੋਂ ਮਜ਼ਬੂਤ ਹੈ ਸੀ, ਪਰ ਆਪਣੇ ਰਾਜ ਦੇ ਵਿੱਚ ਕਈ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਜਿਹਦੇ ਕਰਕੇ ਇਹ ਲੋਕ ਮਨਾਂ 'ਚੋਂ ਉਤਰ ਗਈ। ਹਾਲੇ ਵੀ ਉਹ ਦੁਬਾਰਾ ਲੋਕਾਂ ਦੇ ਮਨਾਂ 'ਚ ਨਹੀਂ ਆਈ। ਅਸੀਂ ਹਸ਼ਰ ਦੇਖ ਲਿਆ ਸੰਗਰੂਰ ਦੇ ਵਿੱਚ। ਹੁਣ ਸਰਕਾਰ ਕਹਿੰਦੀ ਹੈ ਕਿ ਜਿਹੜੇ ਆਹ ਕੈਟਾਗਰੀਆਂ ਨੇ, ਕੋਈ ਟੈਕਸ ਦਿੰਦਾ ਹੈ, ਕੋਈ ਡਾਕਟਰ ਹੈ, ਕੋਈ ਇਨਕਮ ਟੈਕਸ ਭਰਦਾ ਹੈ, ਇਹਨੂੰ ਇਹ ਮੁਫਤ ਵਾਲੀ ਗਰੰਟੀ 'ਚ ਨਹੀਂ ਲਿਆਂਦਾ ਜਾਵੇਗਾ। ਤਰਕ ਦੇ ਰਹੇ ਨੇ ਕਿ ਲੋਕ ਬਿਜਲੀ ਘੱਟ ਬਾਲਣਗੇ, ਬਾਲ ਲੈਣਗੇ। ਸੋ ਇਹ ਜਿਹੜਾ ਹੁਣ ਨਵਾਂ ਫਾਰਮੂਲੇ ਤਿਆਰ ਕੀਤੇ ਜਾ ਰਹੇ ਨੇ, ਪਤਾ ਲੱਗ ਗਿਆ ਕਿ ਇਹ ਫਸ ਜਾਣਾ ਹੈ। ਬਿਜਲੀ ਨਿਗਮ ਨੂੰ ਕਿਵੇਂ ਮੁਨਾਫੇ 'ਚ ਲੈ ਕੇ ਆਉਂਗੇ? ਜਿਹੜਾ ਬਿਜਲੀ ਨਿਗਮ 2006 ਦੇ ਵਿੱਚ ਮੁਨਾਫੇਯੋਗ ਅਦਾਰਾ ਸੀ, ਇਹਨਾਂ ਸਰਕਾਰ ਦੀਆਂ ਮਾੜੀਆਂ ਕਰਤੂਤਾਂ, ਮਾੜੀਆਂ ਨੀਤੀਆਂ, ਮਾੜੀਆਂ ਨੀਤਾਂ ਨੇ ਉਹਨੂੰ ਮੁਨਾਫੇ 'ਚੋਂ ਕੱਢ ਕੇ ਕਰਜ਼ੇ ਦੇ ਜਾਲ ਦੇ ਵਿੱਚ ਫਸਾਤਾ। ਕਰਜ਼ੇ ਦੇ ਜਾਲ ਦੇ ਵਿੱਚ ਕੀ ਕਰੋਗੇ? ਤੇ ਹੁਣ ਜਿਹੜਾ ਇਹ ਕਿਹਾ ਹੌਲੀ 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 ਇਹ ਸਾਰਿਆਂ ਤੇ ਲਾਗੂ ਹੋ ਜਾਣੀਆਂ। ਕਦੇ ਯਾਦ ਕਰਿਆ ਕਰੋ ਜਸਵਿੰਦਰ ਸਿੰਘ ਭੱਲਾ ਦੀ ਗੱਲ, ਕਹਿੰਦੇ ਵੀ ਚਾਚਾ ਜੀ ਸਰਕਾਰ ਨੇ, ਬਾਦਲ ਸਰਕਾਰ ਵੇਲੇ ਸੀ, ਬਿਜਲੀ ਮੁਕਤ ਕਰਤੀ। ਕਹਿੰਦੇ ਜਿਹੜੀ ਚੀਜ਼ ਆਉਂਦੀ ਨਹੀਂ ਉਹਨੂੰ ਮੁਕਤ ਕਰ ਲਓ, ਜਾਂ ਪੈਸਿਆਂ ਦੀ ਕਰ ਲਓ, ਮੁਕਤੇ ਰਹਿਣੀ ਹੈ। ਮੁਕਤ ਬਿਜਲੀ ਖੋਰੀ ਜਿਹੜੀ ਜਦੋਂ ਫਸਲਾਂ ਦਾ ਨਿਯਮ ਤੈਅ ਹੁੰਦਾ ਹੈ, ਫਸਲਾਂ ਦੇ ਭਾਅ ਤੈਅ ਹੁੰਦੇ ਨੇ, ਉਹ ਵੀ ਇੱਕ ਅੜਿੱਕਾ ਉਦੋਂ। ਤੇ ਜੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਵੇ, ਕਿਸਾਨ ਕਹਿੰਦੇ ਲਓ ਸਭ ਤੋਂ ਪਹਿਲਾਂ ਸਾਨੂੰ ਦਿਓ। ਸੋ ਇੱਕ ਹਾਸੋਹੀਣੀ ਸਥਿਤੀ ਦੇ ਵਿੱਚ ਸਰਕਾਰ ਨੇ ਪਾ ਦਿੱਤਾ। ਇਹਦੇ ਨਾਲੋਂ ਮੈਂ ਅੱਜ ਵੀ ਪ੍ਰੋੜਤਾ ਕਰਦਾ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਨੀਤੀ ਅਪਣਾਈ ਸੀ ਕਿ 3 ਰੁਪਏ ਯੂਨਿਟ ਬਿਜਲੀ ਦੀ 7 ਕਿਲੋਵਾਟ ਤੱਕ ਦੇ ਉਹਨਾਂ ਦੀ ਘਟਾਤੀ ਸੀ। ਉਹਦੇ ਵਿੱਚ ਨਾ ਰਿਜ਼ਰਵ ਦੇਖਿਆ ਸੀ, ਨਾ ਜਰਨਲ ਦੇਖਿਆ ਸੀ, ਨਾ ਕੋਈ ਹੋਰ ਦੇਖਿਆ ਸੀ। ਉਹ ਬਿਜਲੀ 1 ਨਵੰਬਰ 2021 ਤੋਂ, ਭਾਵ ਜਿਨ੍ਹਾਂ ਦੇ ਬਿੱਲ ਜਨਵਰੀ 2022 ਦੇ ਵਿੱਚ ਆਏ, ਉਹਨਾਂ ਨੂੰ 3 ਰੁਪਏ ਘਟ ਕੇ ਆਈ ਸੀ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਹੈ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ 6ਵਾਂ ਸ਼ਾਰਪ ਸ਼ੂਟਰ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਆਪਰੇਸ਼ਨ ਜਿਹੜਾ ਬਣਾਇਆ ਗਿਆ, ਜਿਸ ਦੇ ਵਿੱਚ ਉਸ ਦਾ ਨਾਂ ਰੱਖਿਆ ਗਿਆ ਸਪੈਸ਼ਲ ਆਪਰੇਸ਼ਨ ਮੁੰਡੀ, ਜਿਸ ਨੂੰ ਤਿਆਰ ਕੀਤਾ ਗਿਆ ਤੇ 3 ਸੂਬਿਆਂ ਦੇ ਵਿੱਚ ਉਸ ਦੀ ਭਾਲ ਜਾਰੀ ਹੈ। ਕਹਿੰਦੇ ਇਹ 6 ਸ਼ਾਰਪ ਸ਼ੂਟਰ ਸੀ ਜਿਹੜੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਨੇ, ਜਿਨ੍ਹਾਂ ਨੂੰ ਇਸ ਗੈਂਗਸਟਰ ਵਿਰੋਧੀ ਦਸਤੇ ਦਾ ਮੁਖੀ ਬਣਾਇਆ ਗਿਆ ਹੈ। ਉਹਨੇ ਸ਼੍ਰੀ ਪ੍ਰਮੋਦ ਬਾਨ ਸਾਹਿਬ ਨੇ, ਜਿੱਥੇ ਜਾਣਕਾਰੀ ਇਹਨਾਂ 2 ਜਿਨ੍ਹਾਂ ਦਾ ਮੁੱਠਭੇੜ ਮੁਕਾਬਲਾ ਹੋਇਆ, ਮਾਰੇ ਗਏ ਮੁਕਾਬਲੇ ਦੇ ਵਿੱਚ, ਉਹਨਾਂ ਦੀ ਗੱਲ ਕੀਤੀ। ਉੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਮਿਲ ਕੇ ਰਾਜਾਂ ਦੀ ਪੁਲਿਸ ਇਹਨਾਂ ਗੈਂਗਸਟਰਾਂ ਦੇ ਉੱਤੇ ਕਾਬੂ ਪਾਵਾਂਗੇ। 5 ਰਾਜਾਂ ਦੀ ਪੁਲਿਸ ਇਕੱਠੀ ਹੋ ਕੇ ਕੰਮ ਕਰਨ ਵਾਸਤੇ ਤਿਆਰ ਹੋ ਗਈ ਹੈ। ਕਿਹਦੀ ਕਿਹੜੀ? ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਯੂਪੀ। ਇਹਦੇ ਵਿੱਚ ਪਰ ਹਿਮਾਚਲ ਤੇ ਦਿੱਲੀ ਪਤਾ ਨਹੀਂ ਕਿਉਂ ਬਾਹਰ ਰੱਖ ਲਿਆ। ਇਹਦੇ ਵਿੱਚ ਰੱਖਣਾ ਚਾਹੀਦਾ ਸੀ। ਸੋ ਕਹਿੰਦੇ ਬਹੁਤ ਜਲਦ ਤੁਹਾਨੂੰ ਪਤਾ ਲੱਗ ਜਾਏਗਾ।
ਆਪਰੇਸ਼ਨ ਦੀਪਕ ਮੁੰਡੀ ਇਹ ਤੁਰੰਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਇਹਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਸੂਹਾਂ ਨੇ, ਉਹਦੇ ਆਧਾਰ ਦੇ ਉੱਤੇ ਫਿਰ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਪੁਲਿਸ ਇਹਨਾਂ ਨੂੰ ਕਾਬੂ ਕਰਨ ਦਾ ਯਤਨ ਕਰ ਰਹੀ ਹੈ। ਜੀ ਢਿੱਲੋਂ ਸਾਹਿਬ, ਸੂਰਬੀਰ ਸਿਪਾਹੀ ਸੁਣੇ ਸਨ, ਪਰ ਹੁਣ ਨਕਲੀ ਸਿਪਾਹੀ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ, ਜਿਸ ਨੂੰ ਲੈ ਕੇ ਜਿਹੜਾ ਦਿੱਲੀ ਪੁਲਿਸ ਵੱਲੋਂ ਜਿਹੜਾ ਸਕੰਜਾ ਕਸਿਆ ਗਿਆ ਜੀ। ਨਕਲੀ ਵੀਰ ਸਿਪਾਹੀ ਜੀ, ਇਹ ਨਕਲੀ ਵੀਰ ਸਿਪਾਹੀ ਉਹ ਨੇ ਜਿਹੜੇ ਕਹਿੰਦੇ ਡਰਾਈਵਿੰਗ ਲਾਇਸੈਂਸ ਗਲਤ ਦਿੱਤੇ, ਹੋਰ ਦਸਤਾਵੇਜ਼ ਗਲਤ ਦਿੱਤੇ। ਇਹਨਾਂ ਦੀ ਗਿਣਤੀ 490 ਦੇ ਲਗਭਗ ਹੈ। ਫਿਰ ਦਿੱਲੀ ਦੇ ਗ੍ਰਹਿ ਮੰਤਰੀ ਦੇ ਵਿੱਚ ਉਹ ਅਫਸਰ ਕਾਹਦੇ ਵਾਸਤੇ ਬੈਠੇ ਸੀ ਜਿਨ੍ਹਾਂ ਦੇ ਮੋਢਿਆਂ ਤੇ ਨਵਾਂ ਤਾਰਾ ਨਹੀਂ ਲਾਇਆ ਜਾ ਸਕਦਾ? ਜਿਹੜੀ ਉਹ ਸਿਲੈਕਸ਼ਨ ਕਮੇਟੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਿਲੈਕਟ ਕੀਤਾ, ਉਹਦੀ ਕਾਰਗੁਜ਼ਾਰੀ ਤੇ ਸਵਾਲ ਉੱਠਦਾ ਹੈ। ਉਹਨਾਂ ਅਧਿਕਾਰੀਆਂ ਤੇ ਸਵਾਲ ਉੱਠਦਾ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਨੇ। ਸੋ ਸੁਖਬੀਰ, ਮੈਂ ਇਸ ਗੱਲ ਦੇ ਵਿੱਚ ਕਹਾ ਕਿ ਨਕਲੀ ਦਸਤਾਵੇਜ਼ਾਂ ਦੇ ਆਧਾਰ ਤੇ ਇੰਨੇ ਭਰਤੀ ਹੋ ਜਾਣ। ਜਦੋਂ ਇਹ ਸਿਲੈਕਟ ਕੀਤੇ ਗਏ ਸੀ ਉਦੋਂ ਉਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਿਉਂ ਨਾ ਕੀਤੀ ਗਈ? ਜੀ, ਜਦੋਂ ਕੋਈ ਬੰਦਾ ਭਰਤੀ ਹੁੰਦਾ, ਬਕਾਇਦਾ ਦਸਤਾਵੇਜ਼ਾਂ ਦੀ ਜਾਂਚ ਸੰਬੰਧਿਤ ਬੋਰਡਾਂ ਨੂੰ ਤੇ ਸੰਬੰਧਿਤ ਯੂਨੀਵਰਸਿਟੀਆਂ ਨੂੰ ਜਾਂਦੀ ਹੈ ਜੀ, ਕਿ ਇਹਦਾ ਜਾਂਚ ਕਰਕੇ ਦੱਸੋ ਜੀ ਜਾਲੀ ਹੈ ਜਾਂ ਅਸਲ ਹੈ। ਇਹ ਬੜਾ ਵੱਡਾ ਸਵਾਲ ਹੈ। ਇਹਦੇ ਵਾਸਤੇ ਦਿੱਲੀ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਤੇ ਜਿਹੜੀ ਉਹ ਸਿਲੈਕਟ ਕਮੇਟੀ ਹੈ, ਉਹਦੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਉੱਠ ਖੜਿਆ ਹੈ। ਮੈਂ ਸਮਝਦਾ ਕਿ ਇਹਦੇ 'ਚ ਪੂਰੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਵੀ ਇਹਦੇ ਵਿੱਚ ਸ਼ਾਮਲ ਨੇ, ਦਿੱਲੀ ਦੀ ਪੁਲਿਸ ਕਿਤੇ ਕੱਲ੍ਹ ਨੂੰ ਇਹ ਨਾ ਕਹਿ ਦੇਣ ਵੀ ਕੇਜਰੀਵਾਲ ਨੇ ਭਰਤੀ ਕਰਤੇ। ਦਿੱਲੀ ਦੀ ਪੁਲਿਸ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਹੈ। ਜੀ ਜੀ, ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ, ਤਾਂ ਉਹਨਾਂ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਹ ਵਰਦੇ ਦਿਖਾਈ ਦਿੱਤੇ ਨੇ ਜੀ। ਜਥੇਦਾਰ ਸਾਹਿਬ ਨੇ ਪੁਰਾਣਾ ਇਤਿਹਾਸ ਜਾਣੂ ਕਰਾਇਆ। ਜਥੇਦਾਰ ਸਾਹਿਬ ਨੇ ਬੜਾ ਕੁਝ ਕੀਤਾ। ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਕਮਜ਼ੋਰ ਹੋਈ ਹੈ। ਇੱਥੋਂ ਤੱਕ ਉਹਨਾਂ ਦੀ ਗੱਲ ਬਿਲਕੁਲ ਦਰੁਸਤ ਹੈ ਕਿ ਸਾਡੀ ਇਹ ਧਾਰਮਿਕ ਸੰਸਥਾ ਦੇ ਵਿੱਚ ਕਮਜ਼ੋਰੀਆਂ ਆਈਆਂ ਨੇ, ਪਰ ਉਹ ਕਮਜ਼ੋਰੀਆਂ ਕਿਹਦੇ ਕਰਕੇ ਆਈਆਂ ਨੇ ਇਹ ਵੀ ਤਾਂ ਜਥੇਦਾਰ ਸਾਹਿਬ ਨੂੰ ਪਤਾ ਹੈ। ਹੁਣ ਜਥੇਦਾਰ ਸਾਹਿਬ ਨੇ ਇਕੱਲੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਜਿਹੜੀ ਉਹ 13 ਮੈਂਬਰੀ ਕਮੇਟੀ ਬਣੀ ਸੀ, ਉਹਨੇ ਤਾਂ ਪ੍ਰਧਾਨ ਮੰਤਰੀ ਨੂੰ ਵੀ ਮਿਲਣਾ ਸੀ, ਉਹਨੇ 2 ਮੁੱਖ ਮੰਤਰੀਆਂ ਨੂੰ ਮਿਲਣਾ ਸੀ ਕਿ ਕੇਜਰੀਵਾਲ ਇੱਕ ਹੋਰ ਹੈ ਜੀ। ਤੇ ਇਹਦੇ ਵਿੱਚ ਜਥੇਦਾਰ ਸਾਹਿਬ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਰੀ ਕਰਤੇ। ਕਿਤੇ ਦੁਬਾਰਾ ਇਹ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਵੇਗਾ, ਜਿਨ੍ਹਾਂ ਦਾ ਇਹਨਾਂ ਦਾ ਕਿਤੇ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਰਲੇਵਾਂ ਤਾਂ ਨਹੀਂ ਹੋ ਰਿਹਾ। ਇਹ ਚੀਜ਼ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਕਈ ਆਗੂਆਂ ਨੇ ਤੰਜ ਕੱਸੇ ਨੇ। ਉਹ ਖਾਸੇ ਚਿਰ ਤੋਂ ਜਦੋਂ ਕੋਈ ਮੁੱਦਾ ਚੱਲਦਾ ਨਜ਼ਰ ਨਹੀਂ ਆ ਰਿਹਾ ਤਾਂ ਬੰਦੀ ਸਿੰਘ ਤੇ ਕਰ ਰਿਹਾ। ਤੇ ਜਦੋਂ ਸਰਕਾਰ ਸੀ, ਭਾਈਵਾਲ ਸੀ, ਮੰਤਰੀ ਸੀ, ਉਦੋਂ 1 ਮਿੰਟ ਵਾਸਤੇ ਵੀ ਇਹਨਾਂ ਨੂੰ ਚੇਤਾ ਨਹੀਂ ਆਇਆ ਬੰਦੀ ਸਿੰਘਾਂ ਦਾ। ਹੁਣ ਜਥੇਦਾਰ ਸਾਹਿਬ ਨੇ ਐਲਾਨ ਕਰਤਾ ਕਿ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਬੋਰਡ ਲਾਓ। ਬੰਦੀ ਸਿੰਘਾਂ ਬਾਰੇ ਪ੍ਰਧਾਨ ਮੰਤਰੀ ਸਾਹਿਬ 2019 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਹੈ, ਸੁਲਤਾਨਪੁਰ ਦੇ ਵਿੱਚ ਕਹਿ ਕੇ ਗਏ ਸੀ ਕਿ ਅਸੀਂ ਬੰਦੀ ਸਿੰਘ ਛੱਡ ਦੇਣੇ ਆ। ਸਤੰਬਰ ਤੱਕ ਤੁਸੀਂ ਭਾਈਵਾਲ ਰਹੋ, 10 ਮਹੀਨੇ ਉਹ 1.5 ਮਹੀਨਾ ਉਹ 11.5 ਲਗਭਗ 1 ਸਾਲ, ਤੇ ਉਦੋਂ ਤੁਹਾਨੂੰ ਚੇਤਾ ਕਿਉਂ ਨਾ ਆਇਆ? ਅੱਜ ਦੂਜਿਆਂ ਨੇ ਸਵਾਲ ਚੁੱਕਤੇ। ਤੁਸੀਂ ਜਥੇਦਾਰ ਸਾਹਿਬ ਦੀ ਪੋਜੀਸ਼ਨ ਨੂੰ ਵੀ ਉਹ ਕਹਿੰਦੇ ਵੀ ਇਹ ਜਿਹੜਾ ਇਕੱਲੇ ਬੰਦੀ ਸਿੰਘਾਂ ਦਾ ਪਾ ਕੇ ਫਿਰ ਉਸੇ ਪਾਰਟੀ ਨੂੰ ਕਿਤੇ ਸਹਾਰਾ ਦੇਣ ਵਾਲੀ ਗੱਲ ਤਾਂ ਨਹੀਂ ਜਥੇਦਾਰ ਸਾਹਿਬ ਦੇ ਰਾਹੀਂ ਕੀਤੀ ਜਾ ਰਹੀ। ਪਹਿਲਾਂ ਵੀ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵਰਤਿਆ ਹੈਗਾ, ਘਰੇ ਬੁਲਾ ਕੇ ਮਾਫੀਆਂ ਦਿੱਤੀਆਂ। ਉਹ ਮਾਫੀ ਜਿਹੜਾ ਕਿਸੇ ਦੇਹਧਾਰੀ ਨੂੰ ਦਿੱਤੀ ਹੋਈ ਨਹੀਂ ਜਾ ਸਕਦੀ। ਤੇ ਜੋ ਹਸ਼ਰ ਹੋਇਆ ਅੱਜ ਉਹ ਤੋਂ ਸਬਕ ਨਹੀਂ ਸਿੱਖਿਆ, ਉਲਟਾ ਫੇਰ ਉਸ ਤਰ੍ਹਾਂ ਦੇ ਤਿਕੜਮਾਂ ਦੇ ਵਿੱਚ ਪੈ ਰਹੇ ਨੇ। ਇਹ ਗੱਲ ਸਵਾਲ ਖੜੇ ਕਰਦਾ ਹੈ। ਉਧਰੋਂ ਰਵਨੀਤ ਸਿੰਘ ਬਿੱਟੂ ਨੇ ਕਹਿਤਾ, ਉਹ ਕਹਿੰਦਾ ਵੀ ਜਿਹੜੇ ਇਹ ਬੰਦੇ ਨੇ ਉਹਨੇ ਹੋਰ ਸ਼ਬਦ ਵਰਤੇ ਨੇ, ਉਹਦੇ ਆਪਣੇ ਹੋ ਸਕਦੇ ਹੈਗੇ
ਕਿ ਇਹ ਜਿਹੜੇ ਡਾਕੂ ਲੁਟੇਰੇ ਉਹਨਾਂ ਨੂੰ ਤੁਸੀਂ ਗੁਰੂ ਸਾਹਿਬਾਨਾਂ ਦੇ ਬਾਹਰਲੇ ਪਾਸੇ ਤਸਵੀਰ ਲਾਉਂਗੇ। ਇਹ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਹੈ, ਉਹਦੇ ਦਾਦਾ ਜੀ ਦਾ ਕਤਲ ਹੋਇਆ ਸੀ, ਸਵਰਗਵਾਸੀ ਬੇਅੰਤ ਸਿੰਘ ਮੁੱਖ ਮੰਤਰੀ ਸੀ ਉਦੋਂ, ਤੇ ਉਹ ਤਾਂ ਰਾਜੋਆਣਾ ਸਾਹਿਬ ਦੀ ਰਿਹਾਈ ਤੇ ਵੀ ਸਵਾਲ ਚੱਕ ਸਕਦਾ ਕਿਉਂਕਿ ਉਹਨਾਂ ਦੇ ਪਰਿਵਾਰ ਸਾਹਿਬ ਬੇਅੰਤ ਸਿੰਘ ਦੀ ਜਿਹੜੀ ਕਾਂਡ ਵਾਪਰਿਆ ਸੀ ਉਹਦੇ ਵਿੱਚ ਬਲਵੰਤ ਸਿੰਘ ਰਾਜੋਆਣੇ ਦੀ ਸ਼ਮੂਲੀਅਤ ਸੀ। ਅਜੇ ਵੀ ਅਸੀਂ ਇਸ ਪਾਸੇ ਵੱਲ ਨੂੰ ਤੁਰ ਰਿਹਾ। ਜਿਹੜਾ ਗੱਲ ਜਥੇਦਾਰ ਸਾਹਿਬ ਤੁਸੀਂ ਕਹੀ ਹੈ ਕਿ ਸਾਡੀ SGPC ਦਹਾੜ ਮਾਰਦੀ ਸੀ, ਦਿੱਲੀ ਕੰਬਦੀ ਸੀ, ਕਿ ਅੱਜ ਉਹ SGPC ਉਹ ਦਹਾੜ ਮਾਰਨ ਵਾਲੀ ਹੈ ਜਿਹਦਾ ਜਨਰਲ ਸੈਕਟਰੀ ਇਹ ਕਹਿ ਰਿਹਾ ਹੈਗਾ ਉਸ SGPC ਦਾ ਕਿ ਘੁਣ ਵਾਂਗ ਖਾ ਗਈ ਸਿਆਸਤ ਪੰਥ ਨੂੰ। ਤੇ ਜਨਰਲ ਸੈਕਟਰੀ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਮਨਪ੍ਰੀਤ ਇਆਲੀ ਨੇ ਸਵਾਲ ਚੱਕੇ, ਜਗਮੀਤ ਬਰਾੜ ਨੇ ਸਵਾਲ ਚੱਕੇ, ਧੁੰਮਾ ਸਾਹਿਬ ਜਿਹੜੇ ਜਮਾਂ ਨਾਲ ਬੈਠਿਆ ਕਰਦੇ ਸੀ, ਲੋਕ ਸਵਾਲ ਚੁੱਕਦੇ ਸੀ ਕਿ ਆਹ ਸਿਆਸੀ ਲੋਕ, ਧੁੰਮਾ ਸਾਹਿਬ ਉਸ ਦਮਦਮੀ ਟਕਸਾਲ ਦੇ ਮੁਖੀ ਨੇ ਜਿਹਦੇ ਮੁਖੀ ਸੰਤ ਜਰਨੈਲ ਸਿੰਘ ਤੋਂ ਦੁਨੀਆ ਥਰ-ਥਰ ਕੰਬਦੀ ਸੀ, ਇਹ ਸਾਹਮਣੇ ਬਹਿੰਦੇ ਸੀ ਤੇ ਇਹ ਲੋਕ ਉਹਨਾਂ ਦੇ ਚਰਨਾਂ 'ਚ ਬੈਠਣ ਲੱਗੇ ਜਾ ਕੇ। ਉਹਨਾਂ ਨੇ ਵੀ ਆਪਦੀ ਗੱਲਬਾਤ ਕਹਿਤੀ। ਦਿੱਲੀ ਕਮੇਟੀ ਇਹਨਾਂ ਤੋਂ ਵੱਖ ਹੋ ਕੇ ਖੜ ਗਈ ਹੈ। ਸੋ ਇਸ ਵੇਲੇ ਜੇ ਅਸੀਂ ਨਾ ਸਾਂਭਿਆ, ਜੇ ਅਸਲੀਅਤ ਨੂੰ ਅਸਲੀਅਤ ਨਾ ਕਿਹਾ ਤਾਂ ਅਸੀਂ ਅਜੇ ਹੋਰ ਨੁਕਸਾਨ ਕਰਾਉਣ ਵਾਲੇ ਪਾਸੇ ਤੁਰ ਰਹੇ ਹੋਵਾਂਗੇ। ਸੋ ਜੱਦਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈਗਾ ਉਹਦੇ ਤੇ ਰਵਨੀਤ ਬਿੱਟੂ ਨੇ ਆਪਣਾ ਪ੍ਰਤੀਕਰਮ ਵੀ ਦਿੱਤਾ। ਕਈ ਹੋਰ ਪਾਰਟੀਆਂ ਦੇ ਪ੍ਰਤੀਕਰਮ ਵੀ ਆ ਰਿਹਾ ਜਥੇਦਾਰ ਸਾਹਿਬਾਨ ਪ੍ਰਤੀ। ਜੱਦਰ ਸਾਹਿਬ ਨੇ ਜੇ ਸੱਚਮੁੱਚ ਇਹ ਕਰਨਾ ਕਿ ਸ਼੍ਰੋਮਣੀ ਕਮੇਟੀ ਕਮਜ਼ੋਰ ਕਿਵੇਂ ਹੋਈ ਹੈ, ਫਿਰ ਉਹਦੇ ਕਾਰਨਾਂ ਤੇ ਜਾਣਾ ਪਵੇਗਾ। ਜੀ, ਜੇਕਰ ਗੱਲ ਕੀਤੀ ਹੈ ਮਮਤਾ ਬੈਨਰਜੀ ਤਾਂ ਉਹਨਾਂ ਦਾ ਜਿਹੜਾ ਮੰਤਰੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ। ਕਹਿੰਦੇ ਜੀ ਉਹਦਾ ਇਹ ਪਾਰਥਾ ਚੈਟਰਜੀ ਹੈ ਜੀ, ਕਹਿੰਦੇ ਉਹਦੇ ਕਰੀਬੀ ਦੇ ਕੋਲ 20 ਕਰੋੜ ਰੁਪਇਆ ਮਿਲਿਆ ਔਰ ਹਰ ਰਾਜ ਦੇ ਵਿੱਚ ਇਹ ਦਿੱਲੀ ਵਾਲੇ ਉੱਥੋਂ ਦੀ ਸਰਕਾਰ ਨੂੰ ਅਸਥਿਰ ਕਰਨ ਨੂੰ ਤੁਰਦੇ ਹੈ। ਪਹਿਲਾਂ ਇਹਨਾਂ ਨੇ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਵਿੱਚ ਕੀਤਾ, ਰਾਜਸਥਾਨ ਦੇ ਵਿੱਚ ਲੱਗੇ ਤੇ ਹੋਰਨਾਂ ਰਾਜਾਂ ਦੇ ਵਿੱਚੋਂ ਇੱਕੋ ਇੱਕ ਰਾਜ ਆ ਜਿੱਥੋਂ ਮਮਤਾ ਬੈਨਰਜੀ ਤਾਂ ਪੱਛਮੀ ਬੰਗਾਲ, ਉਹਨਾਂ ਦੇ ਮੰਤਰੀ ਦੇ ਕਿਸੇ ਨਜ਼ਦੀਕੀ ਦੇ ਕੋਲੋਂ, ਤੇ ਹੁਣੇ ਕਹਿੰਦੇ ਮੰਤਰੀ ਉਹਦੇ ਮਾਮਲੇ 'ਚ ਹੀ ਫੜ ਲਿਆ ਕਿ 120 ਦੇ ਵਿੱਚ ਕਿਸੇ ਕੇਸ ਦੇ ਵਿੱਚ ਕਿਸੇ ਨੂੰ ਵੀ ਫਸਾਇਆ ਜਾ ਸਕਦਾ ਹੈ। ਈਡੀ ਕੀ ਕਰਦੀ ਹੈ ਕੀ ਨਹੀਂ ਕਰਦੀ ਇਹਦੇ ਤੇ ਅਜੇ ਤੱਕ ਮਮਤਾ ਬੈਨਰਜੀ ਦਾ ਪ੍ਰਤੀਕਰਮ ਮੈਂ ਪੜ੍ਹਿਆ ਨਹੀਂ। ਉਹਨਾਂ ਦਾ ਪ੍ਰਤੀਕਰਮ ਕੀ ਹੈ? ਜੇ ਉਹਨੇ ਕੀਤਾ ਤਾਂ ਕਾਨੂੰਨ ਮੁਤਾਬਕ ਸਜ਼ਾ ਹੋਵੇ, ਜੇ ਨਹੀਂ ਕੀਤਾ ਉੱਥੋਂ ਦੇ ਰਾਜ ਨੂੰ ਅਸਥਿਰ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਨੇ, ਫਿਰ ਇਹ ਦੇਸ਼ ਵਾਸਤੇ ਅਤ ਮਾੜੀ ਗੱਲ ਹੈ। ਖੇਤਰੀ ਪਾਰਟੀਆਂ ਦਾ ਮਜ਼ਬੂਤ ਰਹਿਣਾ ਕਿਸੇ ਵੀ ਰਾਜ ਵਾਸਤੇ ਬਹੁਤ ਜ਼ਰੂਰੀ ਹੈ, ਪਰ ਜੋ ਖੇਤਰੀ ਪਾਰਟੀਆਂ ਆਪਣੇ ਆਪ ਨੂੰ ਕਾਇਮ ਨਾ ਰੱਖ ਸਕਣ, ਉਹਨਾਂ ਦੇ ਵਿੱਚੋਂ ਇੱਕ ਬੀਬੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਹੈ, ਜਿਹਨੇ ਪੂਰੇ ਟਾਕਰਾ ਕਰਕੇ ਇਹਨਾਂ ਨੂੰ ਪੱਛਮੀ ਬੰਗਾਲ ਦੀ ਸੱਤਾ ਦੀ ਪੌੜੀ ਚੜ੍ਹਨ ਨਹੀਂ ਦਿੱਤਾ। ਜੀ, ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹਨਾਂ ਨੇ ਕਿਸਾਨਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਜੋ ਟਿਊਬਵੈੱਲਾਂ ਦੀ ਜਿਹੜੀ ਲੋਡ ਵਧਾਉਣ ਦੀ ਮਿਆਦ ਸੀਗੀ ਉਸ ਨੂੰ ਵਧਾ ਦਿੱਤਾ ਜੀ। ਇਹ ਪਹਿਲਾਂ ਵੀ ਵਧਾਈ ਸੀ ਜੀ, ਉਦੋਂ ਵੀ ਲਗਭਗ 1.25 ਲੱਖ ਤੋਂ ਵੱਧ ਕਿਸਾਨਾਂ ਨੇ ਆਪਣੇ ਟਿਊਬਵੈੱਲਾਂ ਦਾ ਲੋਡ ਵਧਾ ਲਿਆ ਸੀ। ਇਹ ਗੱਲ ਪਹਿਲੀ ਵਾਰ ਨਹੀਂ ਆਈ, ਸਾਰੀਆਂ ਹੀ ਸਰਕਾਰਾਂ ਕਰਦੀਆਂ ਨੇ। ਇਹਨੂੰ ਕਹਿੰਦੇ BDS ਜੀ, ਸਵੈ ਇੱਛਾ ਨਾਲ ਲੋਡ ਵਧਾਉਣਾ, ਵਲੰਟੀਅਰ ਡਿਸਕਲੋਜ਼ਰ ਜੀ। ਉਹਨੂੰ ਇਹ ਸਾਰੀਆਂ ਸਰਕਾਰਾਂ ਕਰਦੀਆਂ ਨੇ, ਇੱਕ ਸਮਾਂ ਦੇ ਦਿੰਦੀਆਂ ਨੇ। ਹੁਣ ਇਹ ਜਿਹੜੀ ਯੋਜਨਾ ਹੈ ਇਹ 15 ਸਤੰਬਰ ਤੱਕ ਵਧਾਤੀ ਹੈ। 8 ਦਿਨ ਇਹ, 15 ਦਿਨ ਉਹ, 23 ਤੇ 31, 54 ਦਿਨਾਂ ਵਾਸਤੇ ਇਹ ਵਧਾਤੀ ਹੈ। ਹੁਣ ਤੱਕ ਵੀ 125 ਦੇ ਕਰੀਬ ਕਿਸਾਨਾਂ ਨੇ ਇਹ ਯੋਜਨਾ ਦਾ ਫਾਇਦਾ ਉਠਾਇਆ। ਇਹ ਸਰਕਾਰ ਨੇ ਇਹਦੀ ਫੀਸ ਵੀ ਜਿਹੜੀ ਸੀ ਉਹ 4700 ਰੁਪਏ ਸੀ ਸ਼ਾਇਦ ਪ੍ਰਤੀ ਕਿਲੋਵਾਟ, ਘਟਾ ਕੇ ਉਹ ਵੀ 2500 ਦੇ ਲਗਭਗ ਕਰਤੀ ਸੀ। ਜੀ, ਸ਼ਰਾਬ ਦੀਆਂ ਨਵੀਆਂ ਨੀਤੀ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਘਰ ਦੇ ਬਾਹਰ
ਬੀਜੇਪੀ ਵਰਕਰਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਜੀ। ਇਹਦੇ ਵਿੱਚ ਜਿਹੜੇ ਉੱਥੋਂ ਦੇ ਰਾਜਪਾਲ ਨੇ BK ਸਕਸੈਨਾ, ਉਹਨਾਂ ਨੇ ਇਹ ਹੁਕਮ ਜਾਰੀ ਕਰਤਾ ਕਿ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਹੈ ਇਹਦੀ CBI ਜਾਂਚ ਕਰੇ। ਸਕਸੈਨਾ ਸਾਹਿਬ ਪਹਿਲਾਂ ਲੋਕਾਂ ਨੂੰ ਇਹ ਦੱਸ ਦੇਣ ਕਿ ਇਹ ਜਿਹੜੀ ਨੀਤੀ ਹੈ ਪਹਿਲਾਂ ਕਿਸੇ ਹੋਰ ਰਾਜ ਦੇ ਵਿੱਚ ਵੀ CBI ਜਾਂਚ ਕਰਕੇ ਆਈ ਹੈ। ਨੀਤੀ ਨੂੰ ਚੁਣੌਤੀ ਅਦਾਲਤਾਂ ਵੀ ਨਹੀਂ ਮੰਨਦੀਆਂ, ਨੀਤੀ ਸਰਕਾਰ ਦੀਆਂ ਨੇ। ਮੰਨ ਲਓ ਜੇ ਇਹਦੇ ਵਿੱਚ, ਕਿਉਂਕਿ ਮਨੀਸ਼ ਸਿਸੋਦੀਆ ਕੋਲ ਐਕਸਾਈਜ਼ ਦਾ ਮਹਿਕਮਾ ਵੀ ਹੈ ਸਿੱਖਿਆ ਦੇ ਨਾਲ ਨਾਲ, ਤੇ ਕੇਜਰੀਵਾਲ ਕਦੋਂ ਦੀ ਦੁਹਾਈ ਪਾਉਂਦਾ ਕਿ ਇਹ ਜਿਹੜਾ ਇੱਥੇ ਇਹ ਕੰਮ ਹੋ ਸਕਦਾ ਹੈ, ਮਨੀਸ਼ ਸਿਸੋਦੀਆ ਨੂੰ ਕਿਸੇ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ। ਅਸਲ ਕਾਰਨ ਇਹ ਨਹੀਂ, ਉਹ ਕਹਿੰਦੇ ਆ ਵੀ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ ਜੀ। ਕਾਂਗਰਸ ਦੀ ਥਾਂ ਤੇ ਬਹੁਤ ਸਾਰੇ ਰਾਜਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਹੁਤ ਵੱਡੀ ਪੱਧਰ ਤੇ ਅੱਗੇ ਵੱਧਦੀ ਜਾ ਰਹੀ ਹੈ, ਪਰ ਅਰਵਿੰਦ ਕੇਜਰੀਵਾਲ ਨੇ ਕਿਹੜਾ ਦੂਜੀਆਂ ਖੇਤਰੀ ਪਾਰਟੀਆਂ ਦੇ ਨਾਲ ਸੁਖਾਵੇਂ ਸੰਬੰਧ ਰੱਖੇ ਹੋਏ ਨੇ ਜੀ। ਜਦੋਂ ਜੰਮੂ ਕਸ਼ਮੀਰ 'ਚ ਧਾਰਾ 370 ਤੋੜੀ ਗਈ, ਲਾਈ ਗਈ, ਉਹਦੇ ਤੇ ਉਹ ਤੋੜਿਆ ਉਹਨਾਂ ਨੂੰ, ਉਦੋਂ ਇਹ ਨਾਲ ਖੜਾ ਸੀ। ਹੋਰਨਾਂ ਖੇਤਰਾਂ ਦੇ ਵਿੱਚ ਵੀ ਨਾਲ ਨਹੀਂ ਖੜਦਾ ਹੈਗਾ। ਪਰ ਜਿਹੜੀ ਇਹ ਨੀਤੀ ਦੇ ਮਾਮਲੇ 'ਚ ਵਿੱਚ ਲਾ ਕੇ ਕੇਂਦਰ ਸਰਕਾਰ ਜਿਹੜੀ ਇਹ ਦਖਲਅੰਦਾਜ਼ੀ ਕਰ ਰਹੀ ਹੈ, ਪਹਿਲਾਂ ਉਹਨੇ ਦਿੱਲੀ ਦਾ ਮਾਡਲ ਦਿਖਾਉਣ ਵਾਸਤੇ ਜਾਣਾ ਸੀ ਸਿੰਗਾਪੁਰ, ਉਹਨੂੰ ਉੱਥੇ ਜਾਣ ਦੀ ਆਗਿਆ ਨਹੀਂ ਮਿਲੀ ਜੀ। ਇਹ ਪਹਿਲਾਂ ਨਹੀਂ, ਇਸ ਤੋਂ ਪਹਿਲਾਂ ਜਿਹੜੇ ਸੀਗੇ ਉਹਨਾਂ ਦੇ ਜਿਹੜੇ ਇਸ ਤੋਂ ਪਹਿਲਾਂ ਸੀਗੇ ਬੈਜਲ ਸਾਹਿਬ ਜੀ, ਅਨਿਲ ਬੈਜਲ ਸਾਹਿਬ ਉਪ ਰਾਜਪਾਲ, ਉਹਨਾਂ ਨਾਲ ਵੀ ਪੰਗਾ ਰਿਹਾ। ਪਹਿਲਾਂ ਨਸੀਬ ਜੰਗ ਸੀਗੇ, ਉਹਨਾਂ ਦੇ ਨਾਲ ਵੀ ਪੰਗਾ ਰਿਹਾ। ਇੱਥੋਂ ਤੱਕ ਕਿ ਰਾਜਪਾਲ ਦੇ ਘਰੇ ਜਾ ਕੇ ਧਰਨਾ ਦੇ ਕੇ ਬਹਿ ਗਿਆ ਸੀ। ਇੱਕ ਵਾਰੀ ਜੋ 47 ਦਿਨ ਦੀ ਸਰਕਾਰ ਚੱਲੀ, ਇਹ ਸੜਕ ਤੇ ਜਾ ਕੇ ਰਜਾਈ ਲੈ ਕੇ ਸੌਂ ਗਿਆ ਪੂਰੀ ਠੰਡ ਦੇ ਵਿੱਚ। ਸੋ ਉਹਨਾਂ ਦਾ ਇਸ ਤਰ੍ਹਾਂ ਦਾ ਹੈ। ਪਰ ਇਹਦੇ ਪਿੱਛੇ ਜਿਹੜੀ ਅਸਲ ਨੀਤੀ ਕੰਮ ਕਰ ਰਹੀ ਆ, ਉਹ ਇਹ ਕਰ ਰਹੀ ਹੈ ਕਿ ਦਿੱਲੀ ਤੋਂ ਬਾਹਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੱਕ ਹੀ ਸੀਮਿਤ ਰੱਖਿਆ ਜਾਵੇ। ਉਹਦੇ ਜਿਹੜੇ ਸਰਗਰਮ ਮੰਤਰੀ ਨੇ, ਉਹਨਾਂ ਦੇ ਵਿੱਚੋਂ ਇੱਕ ਮੰਤਰੀ ਮਨੀਸ਼ ਸਿਸੋਦੀਆ ਸਭ ਤੋਂ ਨੇੜੇ ਹੈ ਇਹਦੇ, ਕਿ ਉਹਨੂੰ ਇਹੋ ਜਿਹੇ ਪਾਸੇ ਫਸਾ ਦਿੱਤਾ ਜਾਵੇ ਤਾਂ ਕਿ ਕੱਲ੍ਹ ਨੂੰ ਇਹ ਗੁਜਰਾਤ ਵਰਗੇ ਰਾਜ ਦੇ ਵਿੱਚ ਕੋਈ ਕੰਮ ਚੋਣਾਂ ਵਾਸਤੇ ਨਾ ਕਰ ਸਕਣ, ਜਿਹੜਾ ਪ੍ਰਧਾਨ ਮੰਤਰੀ ਦਾ ਆਪਣਾ ਖੇਤਰ ਪੈਂਦਾ ਹੈ। ਜੀ, ਜੇਕਰ ਗੱਲ ਕੀਤੀ ਹੈ ਪਾਣੀ ਦਾ ਪ੍ਰੋਜੈਕਟ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਪ੍ਰੋਜੈਕਟ ਵਾਲੀ ਥਾਂ ਤੋਂ ਜਿਹੜਾ ਧਰਨੇ ਵਾਲੀ ਥਾਂ ਤੱਕ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਜੀ। ਕਿਸਾਨਾਂ ਦਾ ਇਹ ਕਹਿਣਾ ਕਿ ਨਹਿਰਾਂ ਤੇ ਇਹ ਪ੍ਰੋਜੈਕਟ ਲੈ ਕੇ ਨਿੱਜੀ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ, ਜਿਹੜੇ ਵੇਚਣਗੇ ਜੀ। ਇਹ ਗੱਲ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਸਰਵਨ ਸਿੰਘ ਪੰਧੇਰ ਤੇ ਉਹਨਾਂ ਦੀ ਟੀਮ ਨੇ ਕਿਹਾ। ਦੂਜੇ ਪਾਸੇ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਨੇ ਜੀ, ਉਹਨਾਂ ਨੇ ਵੀ ਕਈ ਥਾਵਾਂ ਤੇ ਪ੍ਰਦਰਸ਼ਨ ਕੀਤਾ। ਇਹਨਾਂ ਨੇ ਵੀ 11 ਥਾਵਾਂ ਤੇ ਕੀਤਾ, ਉਹਨਾਂ ਨੇ ਵੀ ਕੀਤਾ। ਉਹਨਾਂ ਨੇ ਟਰਾਈਡੈਂਟ ਵੱਲੋਂ ਜਿਹੜੀ ਇੱਕ ਵੱਡੀ ਫੈਕਟਰੀ ਹੈ ਧੌਲੇ ਦੇ ਕੋਲ ਲੱਗੀ ਵੀ, ਜਿਹੜੀ ਨਾਭੇ ਤੋਂ ਜਿਹੜੀ ਬਰਨਾਲੇ ਤੋਂ ਮਾਨਸਾ ਨੂੰ ਸੜਕ ਜਾਂਦੀ ਹੈ, ਉਹਦੇ ਤੇ ਜੀ, ਉਹਦੇ ਖਿਲਾਫ ਪ੍ਰੋਜੈਕਟ ਉਹਨਾਂ ਨੇ 25 ਤਰੀਕ ਤੱਕ ਆਪਣੇ ਫੈਕਟਰੀ ਦੇ ਮੁਲਾਜ਼ਮਾਂ ਨੂੰ ਛੁੱਟੀ ਕਰਤੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹਨਾਂ ਦੀ ਫੈਕਟਰੀ ਦਾ ਜਿਹੜਾ ਪਾਣੀ ਹੈ ਉਹ ਲਗਾਤਾਰ ਪੈ ਰਿਹਾ। ਪ੍ਰਦੂਸ਼ਣ ਰੋਕਥਾਮ ਵਾਲੇ ਇਹ ਦੇ ਜਾਂਦੇ, ਉਹ ਜੀ ਪਾਣੀ ਦਾ ਰੰਗ ਨਹੀਂ ਬਦਲਦਾ ਹੁੰਦਾ, ਪਾਣੀ ਤਾਂ ਸੋਧਿਆ ਪਈ ਹੈ। ਤੇ ਭਾਵੇਂ ਹੁਣ ਕੈਪਟਨ ਅਮਰਿੰਦਰ ਸਿੰਘ, ਭਾਵੇਂ ਹੁਣ ਸੁਖਬੀਰ ਸਿੰਘ ਬਾਦਲ, ਤੇ ਭਾਵੇਂ ਹੁਣ ਭਗਵੰਤ ਸਿੰਘ ਮਾਨ ਜੀ, ਉਹਦੇ ਜਿਹੜੇ ਮੁਖੀ ਨੇ ਰਜਿੰਦਰ ਗੁਪਤਾ, ਉਹਨੂੰ ਜਦੇ ਨੀਤੀ ਯੋਗ ਚ ਵਾੜ ਲੈਂਦੇ ਨੇ ਜੀ। ਸਰਕਾਰ ਇਸ ਗੱਲ ਤੇ ਸਪਸ਼ਟ ਕਰੇ ਕਿ ਉਹ ਕਿਸਾਨਾਂ ਦਾ ਦੋਸ਼ ਹੈ ਕਿ ਉਹ ਜਿਹੜਾ ਜ਼ਮੀਨ 'ਚ ਪਾਣੀ ਸੁੱਟਦਾ ਹੈ ਉਹ ਵੀ ਦੂਸ਼ਿਤ ਹੈ, ਤੇ ਜਿਹੜਾ ਉੱਥੋਂ ਦੀਆਂ ਜਲ ਨਿਕਾਸੀਆਂ 'ਚ ਪਾਇਆ ਜਾਂਦਾ ਹੈ, ਮੀਂਹ ਦਾ ਪਾਣੀ ਚਲਿਆ ਨਹੀਂ ਜਾਂਦਾ, ਉਦੋਂ ਪਹਿਲਾਂ ਹੀ ਇਸ ਫੈਕਟਰੀ ਦਾ ਪਾਣੀ ਜਲ ਨਿਕਾਸੀਆਂ 'ਚ ਪਿਆ ਹੈ। ਇਹ ਬਹੁਤ ਦੇਰ ਤੋਂ ਚਰਚਾ ਦਾ ਵਿਸ਼ਾ, ਕੋਈ ਸਰਕਾਰ ਇਹਦੇ ਵਾਸਤੇ ਜਾਗੀ ਨਹੀਂ। ਉਹ ਪਾਣੀ ਦੇ ਵਿੱਚ ਦੀ 2-4 ਵਾਰੀ ਲੰਘ ਜਾਓ। ਜਿਵੇਂ ਪੰਜਾਬ ਵਾਸਤੇ, ਇਹਨਾਂ ਸਰਕਾਰਾਂ ਵਾਸਤੇ ਸ਼ਰਮਨਾਕ ਗੱਲ ਇਹ ਹੈ ਕਿ 556 ਖੇਤਰਾਂ 'ਚ ਆਰਸੈਨਿਕ ਦੀ ਮਾਤਰਾ ਵੱਧ ਗਈ ਹੈ ਪੰਜਾਬ 'ਚ। ਆਰਸੈਨਿਕ ਤੇ 182 ਫਲੋਰਾਈਡ ਖੇਤਰਾਂ 'ਚ। ਇਹ ਜਿੰਨੀਆਂ ਸਰਕਾਰਾਂ ਗਈਆਂ, ਭਾਵੇਂ 10 ਸਾਲ ਬਾਪ ਬੇਟੇ ਦੀ ਸਰਕਾਰ ਸੀ 2000 ਤੋਂ ਬਾਅਦ, ਭਾਵੇਂ 9.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ, 111 ਦਿਨ ਚਰਨਜੀਤ ਸਿੰਘ ਚੰਨੀ ਦੀ, ਤੇ ਮੌਜੂਦਾ ਵਾਲਿਆਂ ਦੀ, ਇਹਦੇ ਵਾਸਤੇ ਜਾਗਣਾ ਕਦੋਂ ਆ ਸੀ? ਜੇ ਅੱਜ ਕਿਸਾਨਾਂ ਨੇ ਪਾਣੀ ਵਾਲੇ ਮਾਮਲੇ ਨੂੰ ਚੱਕਿਆ ਕਿ ਪਾਣੀ ਨੀਵਾਂ ਨਹੀਂ ਹੋਣ ਦੇਣਾ, ਤਾਂ ਇਹਨੂੰ ਪੂਰਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜਿਹੜੀਆਂ ਨਿਕਾਸੀਆਂ ਕਿਸਾਨ ਆਗੂ ਦੱਬੀਆਂ ਵੀਆਂ ਨੇ, ਉਹ ਵੀ ਖਲਵਾਓ।
ਜਿਹੜੀਆਂ ਜ਼ਮੀਨਾਂ ਦੱਬ ਲਈਆਂ ਕਿਸਾਨਾਂ ਨੇ ਉੱਥੇ ਝੰਡੇ ਚੱਕ ਕੇ ਨਾ ਜਾਓ, ਉੱਥੇ ਉਹਨਾਂ ਨੂੰ ਸਮਝਾਓ ਕਿ ਆਪਾਂ ਪੁਰਾਣੀਆਂ ਨਿਕਾਸੀਆਂ ਖੁੱਲ੍ਹ ਗਏ। ਤੇ ਦੂਜਾ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਸਾਡੇ ਛੱਤਾਂ ਦੇ ਪਾਣੀ ਨੇ, ਬਰਸਾਤੀ ਪਾਣੀ ਹੁਣ ਨੁਕਸਾਨ ਪਹੁੰਚਾ ਰਿਹਾ ਨਾ, ਜੇ ਇਹੀ ਅਸੀਂ ਰੀਚਾਰਜ ਪ੍ਰੋਜੈਕਟ ਲਾਏ ਹੁੰਦੇ ਤਾਂ ਇਹ ਨੁਕਸਾਨ ਨਹੀਂ ਕਰਨਾ ਸੀ, ਉਲਟਾ ਸਾਡਾ ਲੈਵਲ ਵੀ ਪਾਣੀ ਦਾ ਤਾਂ ਚੱਕ ਕੇ ਆ ਜਾਂਦਾ। ਜੀ ਇਸ ਤੋਂ ਇਲਾਵਾ ਇੱਕ ਗੱਲ ਕੀਤੀ ਹੈ ਵਿਧਾਨ ਸਭਾ ਦੀ, ਤਾਂ ਵਿਧਾਨ ਸਭਾ ਨੂੰ ਲੈ ਕੇ ਸਪੀਕਰ ਦਾ ਕਹਿਣਾ ਹੈ ਕਿ ਸਾਲਾਨਾ 40 ਬੈਠਕਾਂ ਜਿਹੜੀਆਂ ਯਕੀਨੀ ਬਣਾਈਆਂ ਜਾਣਗੀਆਂ ਜੀ। ਇਸ ਵਾਰ ਜਿਹੜੀਆਂ 8 ਬੈਠਕਾਂ ਹੋਈਆਂ ਨੇ, ਸਾਡੇ ਸਪੀਕਰ ਨੇ ਸ਼੍ਰੀ ਕੁਲਤਾਰ ਸਿੰਘ ਸੰਧਵਾਂ, ਇਹ ਸਰਕਾਰਾਂ ਸਾਰੀਆਂ, ਕੋਈ ਪਾਰਟੀ ਦੀ ਸਰਕਾਰ ਆਈ ਭੱਜਦੀਆਂ ਰਹੀਆਂ ਨੇ ਵਿਧਾਨ ਸਭਾ ਦਾ ਸੈਸ਼ਨ ਕਰਾਉਣ ਤੋਂ। ਇਹ ਸੈਸ਼ਨ ਰੱਖਦੇ ਨੇ, ਸ਼ੁੱਕਰਵਾਰ ਨੂੰ ਦੱਸਣਗੇ 5 ਦਿਨ ਦਾ, ਸ਼ਹੀਦੀਆਂ ਨੂੰ ਦੇ ਕੇ ਸ਼ਰਧਾਂਜਲੀਆਂ ਉੱਠ ਕੱਢਣਗੇ। ਅੱਗੇ ਤੋਂ ਛੁੱਟੀਆਂ ਆ ਗਈਆਂ ਜੀ, ਇੱਕ ਦਿਨ ਲਿਪਾ ਪੋਚੀ ਕੀਤੀ। ਇਹ ਗੱਲ ਬਹੁਤ ਵਧੀਆ ਹੈ। ਸਾਡੇ ਸਪੀਕਰ ਸਾਹਿਬ ਕਹਿੰਦੇ ਵੀ 40 ਬੈਠਕਾਂ ਘੱਟੋ ਘੱਟ ਸਾਲ 'ਚ ਹੋਇਆ ਕਰਨਗੀਆਂ। ਮੈਂ ਕਹਿੰਦਾ ਖੁੱਲ੍ਹ ਕੇ ਵਿਚਾਰਾਂ ਕਰੋ, ਵਿਰੋਧੀ ਧਿਰ ਨੂੰ ਵੀ ਮੌਕਾ ਦਿਓ ਕਿ ਆਹ ਯੋਜਨਾ ਦੇ ਉੱਤੇ ਤੁਸੀਂ ਦੱਸੋ ਤੁਹਾਡੇ ਕੀ ਪੁਆਇੰਟ ਨੇ। ਹੋ ਸਕਦਾ ਤੁਹਾਨੂੰ ਉਹ ਕੋਈ ਚੰਗੀਆਂ ਗੱਲਾਂ ਉਹ ਵੀ ਦੱਸ ਜਾਣ। ਇਸ ਕਰਕੇ ਇਹ ਜਿਹੜਾ ਮਾਮਲਾ ਹੈਗਾ ਬਹੁਤ ਵਧੀਆ ਹੈ ਤੇ ਸਪੀਕਰ ਸਾਹਿਬ ਦੀ ਇਹ ਸੋਚ ਚੰਗੀ ਹੈ। ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਜੀ। ਜੇਕਰ ਗੱਲ ਕੀਤੀ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰ ਅੰਕਿਤ ਦੀ, ਤਾਂ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਜੀ। 2 ਪੇਸ਼ ਕੀਤੇ ਆ, ਇੱਕ ਅੰਕਿਤ ਸਿਰਸਾ ਤੇ ਦੂਜਾ ਸ਼ਾਇਦ ਸਚਨ ਹੈ ਜੀ। ਇਹਨਾਂ ਦਾ 8 ਦਿਨ ਦਾ ਰਿਮਾਂਡ ਸੀ, ਅਦਾਲਤ ਦੇ ਵਿੱਚ ਪੇਸ਼ ਕੀਤਾ। ਅਦਾਲਤ ਨੇ ਹੋਰ 5 ਦਿਨ ਦਾ ਰਿਮਾਂਡ ਦੱਸਿਆ, ਜੋ ਤੁਸੀਂ ਜੀ ਇਹਨਾਂ ਦਾ ਉਹ ਦੇ ਦਿੱਤਾ ਗਿਆ। ਅਜੇ 5 ਦਿਨ ਪੁਲਿਸ ਇਹਨਾਂ ਨੂੰ ਹੋਰ ਰਿੜਕੇਗੀ, ਹੋਰ ਜਾਣਕਾਰੀ ਜੇ ਇਹਨਾਂ ਤੋਂ ਕਢਾਈ ਜਾ ਸਕਦੀ ਹੋਈ ਤਾਂ ਉਹ ਕਢਾਏਗੀ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ, ਤਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ ਹਾਈ ਕੋਰਟ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਹਫ਼ਤੇ ਦੇ ਵਿੱਚ ਜਵਾਬ ਦੇਵੇ ਉਸ ਦੀ ਸੁਰੱਖਿਆ ਕਿਉਂ ਲਈ ਕੀਤੀ ਗਈ ਹੈ ਜੀ। ਬਹੁਤ ਸਾਰੇ ਲੋਕਾਂ ਨੇ ਸੁਰੱਖਿਆ ਵਾਸਤੇ ਦਰਖਾਸਤਾਂ ਪਾਈਆਂ ਸੀ ਮਾਨਯੋਗ ਉੱਚ ਅਦਾਲਤ ਦੇ ਵਿੱਚ ਜੀ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਕੁਝ ਸਮਾਂ ਦਿੱਤਾ ਜਾਵੇ। ਇਹ ਤੇ ਜੱਜ ਸਾਹਿਬ ਨੇ ਬਹੁਤ ਝਾੜ ਪਾਈ ਹੈ ਇਹਨਾਂ ਨੂੰ ਜੀ। ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਉਹ ਜਿਹੜੀ ਸੁਰੱਖਿਆ ਲੀਕ ਵਾਲਾ ਮਾਮਲਾ ਸੀ ਉਹ ਜਨਤਕ ਤੌਰ ਤੇ ਕੀਤਾ ਕਿਉਂ ਗਿਆ, ਕਿਉਂ ਦੱਸਿਆ ਗਿਆ? ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਹੀ ਉਸ ਤੋਂ ਬਾਅਦ ਹੁੰਦਾ ਹੈ ਜਦੋਂ ਇਹ ਸੁਰੱਖਿਆ ਵਾਪਸ ਲਈ ਜਾਂਦੀ ਹੈ। 29 ਨੂੰ ਕਤਲ ਹੁੰਦਾ ਹੈ, 27 ਨੂੰ ਸ਼ਾਇਦ ਉਹਦੀ ਸੁਰੱਖਿਆ ਜਿਹੜੀ ਸੀਗੀ ਉਹ ਵਾਪਸ ਲਈ ਤੇ ਹੋਰ ਬੰਦਿਆਂ ਦੀ ਵੀ ਲਈ ਸੀ। ਉਹਨਾਂ ਨੇ ਫਿਰ ਉੱਥੇ ਜਿਨ੍ਹਾਂ ਬੰਦਿਆਂ ਨੇ ਉੱਥੇ ਦਰਖਾਸਤਾਂ ਦਿੱਤੀਆਂ, ਮਹਿੰਦਰ ਕੌਰ ਜੋਸ਼ ਹੈ, ਹੋਰ ਆਗੂ ਨੇ, ਉਹਨਾਂ ਸਾਰਿਆਂ ਦੀ ਸੁਰੱਖਿਆ ਦੇਣ ਵਾਸਤੇ ਹਾਈ ਕੋਰਟ ਨੇ ਕਹਿਤਾ। ਇਹਨਾਂ ਨੇ ਟਾਈਮ ਮੰਗਿਆ ਸੀ 15 ਦਿਨ ਦਿਓ, ਉਹ ਕਹਿੰਦੇ ਬਿਲਕੁਲ ਨਹੀਂ, 1 ਹਫ਼ਤੇ ਦਾ ਟਾਈਮ ਹੈ। 1 ਹਫ਼ਤੇ ਦੇ ਵਿੱਚ ਇਹ ਕਿਉਂ ਸੁਰੱਖਿਆ ਲੀਕ ਹੋਈ, ਇਹ ਸਾਰਾ ਜਿਹੜੀ ਜਾਣਕਾਰੀ ਸੀਲਬੰਦ ਲਿਫਾਫੇ ਦੇ ਵਿੱਚ ਮਾਨਯੋਗ ਅਦਾਲਤ ਨੂੰ ਦਿੱਤੀ ਜਾਵੇ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ IAS ਅਧਿਕਾਰੀ ਅੰਮ੍ਰਿਤ ਕੌਰ ਦੀ, ਤਾਂ ਉਹਨਾਂ ਨੇ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜੀ ਹੈ ਜੀ। ਇਹ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਜੀ। ਅੰਮ੍ਰਿਤ ਕੌਰ ਗਿੱਲ ਉਹ ਅਧਿਕਾਰੀ ਨੇ ਜਦੋਂ ਮਲੇਰਕੋਟਲਾ ਜ਼ਿਲ੍ਹਾ ਬਣਿਆ ਸੀ ਤਾਂ ਸਭ ਤੋਂ ਪਹਿਲਾ DC ਜਿਹਨੂੰ ਲਾਇਆ ਗਿਆ ਸੀ ਉਹ ਬੀਬੀ ਅੰਮ੍ਰਿਤ ਕੌਰ ਗਿੱਲ ਨੂੰ ਲਾਇਆ ਗਿਆ ਸੀ ਜੀ। ਅੰਤਰਰਾਸ਼ਟਰੀ ਪੱਧਰ ਦੇ ਇਹ ਸਾਈਕਲਿਸਟ ਨੇ ਜੀ। ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਨੇ, ਇੱਥੇ ਹੀ ਰਹਿੰਦੇ ਨੇ, ਬਹੁਤ ਚਿਰ ਇੱਥੇ SDM ਰਹੇ, MD PRTC ਰਹੇ, ਕਾਰਪੋਰੇਸ਼ਨ 'ਚ ਰਹੇ, ਕਈ ਅਹੁਦਿਆਂ ਦੇ ਉੱਤੇ ਰਹਿ ਕੇ ਗਏ ਨੇ। ਔਰ ਅਸਲ ਦੇ ਵਿੱਚ ਤਾਂ ਇਹਨਾਂ ਦੇ ਪਿੱਛੇ ਕਾਰਨ ਆ, ਲੋਕ ਇਹ ਸਮਝਦੇ ਨੇ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਸੀ। ਕਹਿੰਦੇ ਕਿ ਇਹਨਾਂ ਦੇ ਅਧਿਕਾਰੀ, ਇੱਕ ਅਧਿਕਾਰੀ ਦੀ ਬਦਲੀ ਹੋਈ ਹੈ, ਇਹ ਇਸ ਵੇਲੇ MD ਪਨਸਪ ਨੇ ਜੀ। ਉਹ ਅਧਿਕਾਰੀ ਦੀ ਜਿਹੜੀ ਬਦਲੀ ਹੋਈ ਹੈ, ਇਹ ਕਹਿੰਦੀ ਵੀ ਮੈਂ ਡਾਇਰੈਕਟਰ ਹਾਂ ਤੇ ਮੈਨੂੰ MD ਆ, ਮੇਰੇ ਬਿਨਾਂ ਪੁੱਛੇ ਕਿਵੇਂ ਕਰ ਦਿੱਤੀ ਗਈ। ਜਿਹੜੇ ਸੈਕਟਰੀ ਹੈ ਉਹ ਕਹਿੰਦੇ ਮੰਤਰੀ ਦੇ ਕਹਿਣ 'ਤੇ ਹੋਈ ਹੈ ਇਹ। ਇਸ ਗੱਲ ਤੋਂ ਕੋਈ ਰੌਲਾ ਚੱਲਦਾ ਤੇ ਉਹਨੇ ਆਖਿਆ ਵੀ ਜਦੋਂ ਇਹ ਸੁਣਨਾ ਹੀ ਨਹੀਂ, ਇਹਨਾਂ ਨੇ ਆਪਣਾ ਅਸਤੀਫਾ ਦਿੱਤਾ। ਇਹ ਗੱਲ ਚਰਚਾ 'ਚ ਬਾਹਰ ਨਹੀਂ ਆਈ, ਪਰ ਚੰਡੀਗੜ੍ਹ ਦੇ ਪੱਤਰਕਾਰੀ ਗਲਿਆਰਿਆਂ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ। ਉਹਨਾਂ ਨੇ ਜਦੋਂ ਆਪਣੇ ਆਪ ਨੂੰ ਸ਼ਾਇਦ ਮਤਲਬ ਕਸੂਤੀ ਜਿਹੀ ਸਥਿਤੀ 'ਚ ਮਹਿਸੂਸ ਕੀਤਾ, ਉਹਨਾਂ ਨੇ ਇਹ ਅਸਤੀਫਾ ਦਿੱਤਾ। ਇਹ ਚਰਚਾ ਦਾ ਵਿਸ਼ਾ ਹੈ। ਉਹਨਾਂ ਨੂੰ ਸੇਵਾ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ। ਇੱਕ ਵਧੀਆ ਤੇ ਇਮਾਨਦਾਰ ਛਵੀ ਵਾਲੇ ਅਧਿਕਾਰੀ ਨੇ। ਇਹ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ। ਇੱਕ ਗੱਲ ਆਪਾਂ ਹੋਰ ਕਰ ਦਈਏ ਜੀ। ਉਹ ਗੱਲ ਇਹ ਹੈਗੀ ਹੈ ਕਿ ਕੱਲ ਮੀਤ ਹੇਅਰ ਸਾਹਿਬ ਨੇ ਇੱਕ ਮੀਟਿੰਗ ਦੇ ਵਿੱਚ
ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਨੇ ਕਿ ਤੁਸੀਂ ਜਾ ਕੇ ਜਿਹੜੇ ਪਲਾਸਟਿਕ ਦੇ ਲਿਫਾਫੇ ਆ ਇਹਨਾਂ ਦਾ ਰੋਕੋ। ਮੀਤ ਯਾਰ ਸਾਹਿਬ, ਇਹ ਬਾਦਲ ਸਾਹਿਬ ਵੇਲੇ ਵੀ ਸ਼ਾਇਦ 2014 'ਚ ਇੱਕ ਕਾਨੂੰਨ ਬਣਿਆ ਸੀ, ਬੜੀ ਵੱਡੀ ਪੱਧਰ ਦੇ ਉੱਤੇ ਚਰਚਾ ਹੋਈ। ਲੁਧਿਆਣੇ ਦੇ ਵਪਾਰੀਆਂ ਨੇ ਰੌਲਾ ਪਾ ਲਿਆ, ਉੱਥੋਂ ਦੇ ਟਰੱਕਾਂ ਦੇ ਟਰੱਕ ਜ਼ਬਤ ਕੀਤੇ ਗਏ ਤੇ ਫਿਰ ਹੌਲੀ ਹੌਲੀ ਮੜਕ ਮੱਠੀ ਪੈ ਗਈ। ਜੇ ਤੁਸੀਂ ਪਲਾਸਟਿਕ ਸਰਕਾਰ ਕੇਂਦਰ ਦੀ ਕਹਿੰਦੀ ਹੈ ਕਿ ਬੰਦ ਕਰਨਾ, ਫਿਰ ਜਿੱਥੇ ਬਣਦਾ ਉੱਥੋਂ ਕਰੋ। ਪਹਿਲਾਂ ਨਾ ਵੱਜੂਗਾ ਬਾਂਸ, ਨਾ ਰਹੂਗੀ ਬੰਸਰੀ। ਇਹ ਚੀਜ਼ ਉੱਥੋਂ ਬੰਦ ਕਰੋ। ਜੇ ਤੁਸੀਂ ਉੱਥੋਂ ਬੰਦ ਕਰੋਗੇ ਤਾਂ ਆਪਣੇ ਆਪ ਸਾਰੀਆਂ ਥਾਵਾਂ ਤੇ ਰੁਕ ਜਾਵੇਗਾ। ਉਹਨਾਂ ਨੇ ਲੇਕਿਨ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਆਖਿਆ ਕਿ ਤੁਸੀਂ ਕਿਰਪਾ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਇਹ ਸਖਤੀ ਨਾਲ ਇਹ ਹੁਕਮ ਲਾਗੂ ਕਰੋ। ਬਿਲਕੁਲ ਮੈਂ ਇਸ ਨਾਲ ਸਹਿਮਤ ਹਾਂ। ਸਾਰੇ ਸੀਵਰੇਜ ਇਸ ਪਲਾਸਟਿਕ ਕਰਕੇ ਬੰਦ ਨੇ। ਬਹੁਤ ਸਾਰੀਆਂ ਚੀਜ਼ਾਂ ਹੋਰ ਨੇ। ਅੱਜ ਜੇ ਪਾਣੀ ਸ਼ਹਿਰਾਂ ਦੇ ਵਿੱਚ ਨਿਕਾਸੀ ਦੀ ਸਮੱਸਿਆ ਹੈ, ਉਹਦੇ ਵਿੱਚ ਸਭ ਤੋਂ ਵੱਡਾ ਰੌਲਾ ਪਲਾਸਟਿਕ ਦਾ ਹੈ ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਹੈ ਚੰਡੀਗੜ੍ਹ ਨਗਰ ਨਿਗਮ ਦੀ, ਤਾਂ ਉਹਨਾਂ ਨੇ ਪੰਜਾਬ ਦੇ ਸੀਐਮ ਜਿਹੜਾ ਨਿਵਾਸ ਆ ਉਸ ਨੂੰ 10,000 ਦਾ ਜੁਰਮਾਨਾ ਠੋਕਿਆ। ਇਹ ਸੈਕਟਰ 2 ਦੇ ਵਿੱਚ ਨਿਵਾਸ ਹੈ। 6 ਤੇ 7 ਨੰਬਰ 2 ਮੁੱਖ ਮੰਤਰੀ ਸਾਹਿਬ 6 'ਚ ਰਹਿੰਦੇ ਨੇ। 7 ਦੇ ਵਿੱਚ ਹੈ ਜਿੱਥੇ ਸੁਰੱਖਿਆ ਦੱਸਦੇ ਨੇ ਡੀਐਸਪੀ ਹਰਜਿੰਦਰ ਸਿੰਘ ਹੈ 113 ਬਟਾਲੀਅਨ CRPF ਦਾ, ਜਿਹਨੂੰ ਕਹਿੰਦੇ ਇਹ ਨਾ ਤੇ ਚਲਾਨ ਕੱਟਿਆ ਗਿਆ। ਦੀਵੇ ਥੱਲੇ ਹਨੇਰਾ। ਹੁਣ ਤੱਕ ਇਹ ਰਾਜਾ ਵੜਿੰਗ ਨੂੰ ਟਿਚਰਾਂ ਕਰਦੇ ਸੀ ਕਿ ਤੇਰੇ ਹੋਲਡਿੰਗ ਲਾਉਣ ਦੇ ਉੱਤੇ 29,000 ਦਾ ਜੁਰਮਾਨਾ, ਹੁਣ ਬਰਾਬਰ ਹੋ ਗਏ। ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਦੇ ਪਿਛਲੇ ਪਾਸਿਓਂ ਇਹ ਗੰਦਗੀ ਨਗਰ ਨਿਗਮ ਨੇ ਚੱਕੀ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ। ਇਹਨਾਂ ਦੀ ਸਫਾਈ ਦਾ ਸੁਪਰਵਾਈਜ਼ਰ, ਇਹਨਾਂ ਦੇ ਜਿਹੜੇ ਹੋਰ ਜੇ CRP ਦੇ ਤੇ ਪੰਜਾਬ ਪੁਲਿਸ ਦੇ ਉਹ ਅਧਿਕਾਰੀ ਜਿਨ੍ਹਾਂ ਦੇ ਮੋਢਿਆਂ ਤੇ ਤਾਰੇ ਬਹੁਤ ਲੱਗੇ ਹੋਏ ਨੇ, ਹੋਰ ਥਾਂ ਨਹੀਂ, ਉਹ ਕਰਦੇ ਕੀ ਪਏ ਨੇ। ਇਹਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਆਪਦਾ ਆਲਾ ਦੁਆਲਾ ਚੁਗਰਦਾ ਵੀ ਸਾਫ਼ ਰੱਖਣਾ ਚਾਹੀਦਾ ਜੀ। ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕੀਤੀ ਹੈ। ਜਲਦ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।